वाहेगुरु 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 वाहेगुरु। वाहेगुरु साहिब जी। श्लोक महला पंजवा। साजन तेरे चरण की होए रहा सद धूर। नानक सरन तुहारिया पेखो सदा हजूर। साजन तेरे चरण की होए रहा सद धूर। नानक सरन तुहारिया पेखो सदा हजूर। वाहिगुरु जी का खालसा वाहिगुरु जी की फतेह। होए रहा साधु धूर होए रहा साधु धूर होए रहा साधु। सारे रसना पवित्र करो। होए रहा साधु धूर होए रहा साधु धूर होए रहा साधु। साजन तेरे चरण की साजन तेरे चरण की साजन। साजन तेरे चरण की साजन तेरे चरण की साजन। होए रहा साधु धूर होए रहा साधु धूर होए रहा साधु। होए रहा साधु धूर होए रहा साधु धूर होए रहा साधु। वाह वाह। संगत जीओ, खंडों ब्रह्मंडों के स्वामी श्री अकाल पुरख स्वरूप जुगो जुग अटल सतगुरु महाराज दसां पातशाहियों की जोत श्री गुरु ग्रंथ साहिब जी। गुरु बाबा जी के पावन चरणों के जितने भी गुरसिख माई पाई इस वेले शरीर करके अति सुरती करके जुड़े बैठे बहुत भले धन्नो आप। गुरु पातशाह जी दी अपार बख्शां दे पात्र जिन्होंने ये सुभाग प्राप्त होया। बहुत भला लगता है। अमृत वेले आप सारिया संगतां ने सचखंड श्री हरमंदर साहब विखे हाजरियां भरियां। सरोवर विच पहला इशनान किया, फिर अंदर हाजरियां भरदियां होया शब्द विच इशनान किया। आशा की वार कीर्तन ते होर बाणी का कीर्तन सरवण किया और फिर उद्यम किया समय दे नाल आण जुड़ बैठे। अज दे उस पावन पवित्र शब्द की विचार करन दे हित के गुरु पातशाह ने सानू की आख्या है।
ਜਿਹੜਾ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਹੋਰਾਂ ਨੇ ਬੁਲੰਦ ਆਵਾਜ਼ ਵਿੱਚ ਸਾਨੂੰ ਸਵੇਰੇ ਸਰਵਣ ਕਰਵਾਇਆ ਹੈ। ਮੈਂ ਸਭਨਾਂ ਨੂੰ ਜੀ ਆਇਆਂ ਕਹਿੰਦਾ, ਔਰ ਮੈਂ ਸਭਨਾਂ ਮੁਖੀ ਸੱਜਣਾਂ ਦਾ, ਪ੍ਰਬੰਧਕ ਸੱਜਣਾਂ ਦਾ, ਮਾਣਯੋਗ ਸਿੰਘ ਸਾਹਿਬ ਹੋਰਾਂ ਦਾ, ਸਭਨਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਹੈ ਆਪ ਸੰਗਤਾਂ ਦੀ ਦਰਸ਼ਨ ਕਰਨ ਦਾ। ਕੱਲ੍ਹ ਦਾ ਭੱਟ ਮਿਲਾਪ ਦਿਵਸ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ, ਕੱਲ੍ਹ ਦਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ, ਭਲਕੇ ਭੋਗ ਪੈਣਗੇ। ਭੱਟ ਮਿਲਾਪ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਲੰਡਨ ਤੋਂ ਵੀ, ਇੱਥੇ ਲੁਧਿਆਣੇ ਤੋਂ ਵੀ, ਜਲੰਧਰ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਉਚੇਚੇ ਤੌਰ 'ਤੇ ਉਤਸ਼ਾਹ ਨਾਲ ਆਈਆਂ ਹੋਈਆਂ ਨੇ। ਮੈਂ ਸਭਨਾਂ ਦਾ ਧੰਨਵਾਦ ਕਰਦਾ ਅਤੇ ਸ਼ੁਕਰ ਕਰਦਾ ਕਿ ਅਸੀਂ ਇੰਨੇ ਚੇਤੰਨ ਹੋਏ ਹਾਂ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਆਰ ਕੀਤਾ, ਪਿਆਰ ਅਤੇ ਸਤਿਕਾਰ ਦੇ ਪਾਤਰ ਬਣਾਇਆ। ਉਹਨਾਂ ਨੂੰ ਅਸੀਂ ਵੀ ਯਾਦ ਕਰ ਰਹੇ ਹਾਂ। ਪਿਛਲੇ ਕੁਝ ਸਾਲਾਂ ਤੋਂ ਐਸਾ ਯਤਨ ਜੋ ਕਰ ਰਿਹਾ, ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮੈਂ ਹਾਰਦਿਕ ਤੌਰ 'ਤੇ ਸ਼ਲਾਘਾ ਕਰਦਾ। ਅੱਜ ਦਾ ਜੋ ਪਾਵਨ ਵਚਨ ਹੈ, ਪੰਚਮ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 518 ਤੇ ਸੁਭਾਏਮਾਨ ਹੈ। ਜਿਵੇਂ ਕਿ ਸਿੰਘ ਸਾਹਿਬ ਨੇ ਸਵੇਰੇ ਇਸ਼ਾਰਾ ਕੀਤਾ ਸੀ, ਇਹ ਗੂਜਰੀ ਕੀ ਦੂਸਰੀ ਵਾਰ ਉਸ ਦੀ ਚੌਥੀ ਪੌੜੀ ਦੇ ਨਾਲ 2 ਸ਼ਲੋਕਾਂ ਸਹਿਤ ਇਹ ਸ਼ਬਦ ਹੈ। ਧਿਆਨ ਕਰਨ ਵਾਲੀ ਬਾਤ ਹੈ। ਪਾਠ ਕਰਨ ਵਾਲੇ ਪ੍ਰੇਮੀ ਸਾਰੇ ਗੁਰੂ ਕੇ ਸਿੱਖ, ਗੁਰੂ ਕੇ ਲਾਲ ਭੈਣਾਂ ਭਾਈ ਇਸ ਨੁਕਤੇ ਨੂੰ ਭਲੀ ਪ੍ਰਕਾਰ ਜਾਣਦੇ ਹੋਣਗੇ। ਚੇਤਾ ਹੋਵੇਗਾ ਕਿ ਗੂਜਰੀ ਰਾਗ ਦੇ ਵਿੱਚ 2 ਵਾਰਾਂ ਨੇ। ਇੱਕ ਤੀਜੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਜੋ 22 ਪੌੜੀਆਂ 'ਤੇ ਆਧਾਰਿਤ ਹੈ, ਔਰ ਇਹ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ ਜੋ 21 ਪੌੜੀਆਂ 'ਤੇ ਆਧਾਰਿਤ ਹੈ। ਪੌੜੀਆਂ ਦੇ ਸਮੂਹ ਦਾ ਨਾਮ ਵਾਰ ਹੁੰਦਾ ਸੀ। ਫਿਰ ਪੰਚਮ ਪਾਤਸ਼ਾਹ ਗੁਰਦੇਵ ਜੀ ਨੇ ਸਮੇਂ ਦੇ ਨਾਲ 22 ਦੇ ਵਿੱਚੋਂ 20 ਵਾਰਾਂ ਦੇ ਨਾਲ ਸ਼ਲੋਕ ਥਾਂ ਥਾਈਂ ਗੁੰਦ ਦਿੱਤੇ। ਬਹੁਤੀ ਥਾਵਾਂ 'ਤੇ ਉਹ ਪੌੜੀ ਦੀ ਵਿਆਖਿਆ ਸਰੂਪ ਨੇ। ਤਾਂ 20 ਵਾਰਾਂ ਜਿਹੜੀਆਂ ਨੇ ਸਾਡੀਆਂ ਇਹ ਸ਼ਲੋਕਾਂ ਨਾਲ ਹੋ ਗਈਆਂ। ਇਹ ਜਿਹੜੀ ਵਾਰ ਹੈ, ਪੌੜੀ ਹੈ ਜੋ ਚੌਥੀ, ਇਸ ਚੌਥੀ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਿਗਾਰ ਦਾ, ਜਿਸਨੂੰ ਕਰੇ ਰਹਿਮ ਤਿਸਨਾ ਵਿਸਾਰਦਾ, ਆਪ ਉਪਾਵਨ ਹਾਰ ਆਪੇ ਹੀ ਮਾਰਦਾ, ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿਸਨੂੰ ਲਾਏ ਸੱਚ ਤਿਸੈ ਉਧਾਰਦਾ, ਜਿਸ ਤੈ ਹੋਵੈ ਵਰ ਸੋ ਕਦੇ ਨਾ ਹਾਰਦਾ, ਸਦਾ ਅਭਾਗਤ ਦੀਵਾਨ ਹੈ ਹਉ ਤਿਸ ਨਮਸਕਾਰ ਦਾ। 8 ਪੰਕਤੀਆਂ 'ਤੇ ਆਧਾਰਿਤ ਇਹ ਪੌੜੀ ਹੈ। ਸਾਰੀ ਵਾਰ 21 ਪੌੜੀਆਂ ਵਿੱਚੋਂ ਸਿਰਫ ਇੱਕ ਪੌੜੀ ਹੈ ਜਿਸ ਦੀਆਂ 5 ਪੰਕਤੀਆਂ ਨੇ, ਬਾਕੀ ਸਾਰੀਆਂ ਪੌੜੀਆਂ ਦੀਆਂ 8-8 ਪੰਕਤੀਆਂ ਨੇ। ਔਰ ਇਸ ਵਾਰ ਦੀ ਇਹ ਸਾਹਿਤਕ ਤੌਰ 'ਤੇ ਬਹੁਤ ਵੱਡੀ ਖੂਬਸੂਰਤੀ ਹੈ ਕਿ ਜਿੱਥੇ ਪੌੜੀਆਂ ਪੰਜਵੇਂ ਪਾਤਸ਼ਾਹ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਉੱਥੇ ਸ਼ਲੋਕ ਵੀ ਸਾਰੇ ਜਿਹੜੇ ਨੇ ਉਹ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਦੇ। ਸਿਰਫ 5 ਸ਼ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਲੋਕ ਜਿਹੜੇ ਨੇ ਉਹ 2-2 ਪੰਕਤੀਆਂ ਦੇ ਨੇ। ਕੇਵਲ 5 ਸ਼ਲੋਕ ਨੇ ਇਸ ਦੇ ਵਿੱਚ ਜੋ 2 ਤੋਂ ਵਧੇਕ ਪੰਕਤੀਆਂ ਦੇ ਨੇ, ਤੁਕਾਂ ਦੇ ਨੇ। ਮਾਣਯੋਗ ਭਾਈ ਸਾਹਿਬ ਹੋਰਾਂ ਨੇ ਬਹੁਤ ਪਿਆਰ ਦੇ ਨਾਲ, ਸੁੰਦਰ ਅੰਦਾਜ਼ ਦੇ ਵਿੱਚ, ਭਾਵਨਾ ਨਾਲ ਸਾਨੂੰ ਪਹਿਲਾ ਸ਼ਲੋਕ ਸਰਵਣ ਕਰਵਾਇਆ। 2 ਤੁਕਾਂ 'ਤੇ ਆਧਾਰਿਤ, ਉਸ ਤੋਂ ਬਾਅਦ ਫਿਰ 2 ਤੁਕਾਂ 'ਤੇ ਆਧਾਰਿਤ ਹੈ, ਅਤੇ ਉਸ ਤੋਂ ਅੱਗੇ ਫਿਰ ਪੌੜੀ ਹੈ। ਇਸ ਸ਼ਲੋਕ ਦੇ ਵਿੱਚ ਪਹਿਲੇ ਵਿੱਚ ਕੀ ਆਖਿਆ, ਆਪਾਂ ਵਿਚਾਰ ਆਰੰਭੀਏ।
ਸਾਡੀ ਕੋਸ਼ਿਸ਼ ਹੋਵੇਗੀ ਕਿ ਜੋ ਲੜੀਵਾਰ ਵਿਚਾਰ ਚਲਦੀ ਪਈ ਹੈ, ਇੱਕ ਸ਼ਬਦ ਦੀ ਵਿਚਾਰ ਜੋ ਓੰਕਾਰ ਬਾਣੀ ਦੇ ਵਿੱਚੋਂ ਹੈ, ਇੱਕ ਪਦ ਉਸ ਦੀ ਵਿਚਾਰ ਕਰ ਲਈ ਜਾਵੇ। ਕੋਸ਼ਿਸ਼ ਹੋਵੇਗੀ। ਸਤਿਗੁਰੂ ਮਹਾਰਾਜ ਰਹਿਮਤਾਂ ਕਰਨ। ਕਈ ਵਾਰ ਇਤਿਹਾਸਕ ਵਿਚਾਰਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਦਿਹਾੜੇ ਨਾਲ ਸੰਬੰਧਿਤ, ਇਸ ਲਈ ਫਿਰ ਬਹੁਤਾ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਸਕਦਾ ਹੁੰਦਾ। ਖਿਮਾ ਕਰਨਾ। ਗੁਰੂ ਰੂਪ ਸੰਗਤਾਂ ਆਪ ਸਾਰੀਆਂ ਜਾਣਦੀਆਂ। ਤੋ ਮੈਂ ਮਾਨਯੋਗ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਕਰਾਂਗਾ, ਨਿਮਰਤਾ ਸਹਿਤ ਕਿਰਪਾ ਕਰੋ, ਸਾਨੂੰ ਇੱਕ ਵਾਰ ਫਿਰ ਸ਼ਲੋਕ ਦਾ ਪਾਠ ਸਰਵਣ ਕਰਵਾਓ। ਅਰੇ ਆਪਾਂ ਸਾਰੇ ਗੁਰੂ ਕੀ ਭੈ ਭਾਵਨੀ ਦੇ ਵਿੱਚ ਨਿਮਰਤਾ ਦੇ ਨਾਲ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਨ ਦਾ ਯਤਨ ਕਰੀਏ। ਸਮੂਹ ਗੁਰਸਿੱਖ ਮਾਈ ਭਾਈ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। हे सज्जन जी, हे मेरे प्यारे जी। सज्जन आख्या गया परमेश्वर ਨੂੰ, ਕਰਤਾਰ ਨੂੰ। ਸੱਜਣ ਨਾਮ ਸਖਾ ਦਾ ਬੇਲੀ ਨੂੰ ਵੀ ਆਖਿਆ ਜਾਂਦਾ ਹੈ, ਸੱਜਣ ਨਾਮ ਪਿਆਰੇ ਨੂੰ ਵੀ ਆਖਿਆ ਜਾਂਦਾ ਹੈ, ਸੱਜਣ ਪ੍ਰੀਤਮ ਨੂੰ ਵੀ ਆਖਿਆ ਜਾਂਦਾ ਹੈ। ਕਈ ਦਫਾ ਐਸਾ ਸਾਹਮਣੇ ਆਉਂਦਾ ਹੈ, ਸ਼ਬਦ ਭਾਵੇਂ ਵੱਖਰੇ ਵੱਖਰੇ ਹੁੰਦੇ ਨੇ, ਉਹਨਾਂ ਦੀਆਂ ਸ਼ੇਡਸ ਵੀ ਥੋੜ੍ਹੀਆਂ ਥੋੜ੍ਹੀਆਂ ਵੱਖਰੀਆਂ ਹੁੰਦੀਆਂ ਨੇ, ਡਿਫਰੈਂਟ ਹੁੰਦੀਆਂ ਨੇ, ਪਰ ਭਾਵ ਉਹਨਾਂ ਸਾਰਿਆਂ ਦਾ ਇੱਕ ਹੀ ਹੈ। ਹਜ਼ੂਰ ਜੀ ਇੱਥੇ ਨਾ ਬੇਨਤੀ ਕਰਦੇ ਨੇ, ਸਾਜਨ ਤੇਰੇ ਚਰਨ ਕੀ, ਤੁਹਾਡੇ ਚਰਨਾਂ ਦੀ ਹੋਏ ਰਹਾ ਸਦ ਧੂੜ। ਮੈਂ ਸਦਾ ਤੁਹਾਡੇ ਚਰਨਾਂ ਦੀ ਧੂੜ ਹੋਇਆ ਰਹਾ। ਧਿਆਨ ਰੱਖਿਓ ਜੇ, ਅਕਸਰ ਨਾ ਧੂੜ ਮੰਗਣ ਦੀ ਗੱਲ ਚੱਲਦੀ ਹੈ, ਧੂੜ ਮਸਤਕ ਤੇ ਲਾਉਣ ਦੀ ਗੱਲ ਚੱਲਦੀ ਹੈ। ਗੁਰੂ ਕੇ ਚਰਨ ਧੂੜ, ਗੁਰਮੁਖ ਸਿੱਖਾਂ ਦੇ ਚਰਨ ਧੂੜ, ਸਾਧੂਆਂ ਦੀ ਚਰਨ ਧੂੜ। ਪਰ ਇਸ ਸ਼ਬਦ ਵਿੱਚ ਜਿਵੇਂ ਹੋਰ ਵੀ ਕਈ ਥਾਵਾਂ ਤੇ ਹੈ, ਕੁਝ ਥਾਵਾਂ ਤੇ ਹੈ, ਸੱਜਣ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਚਰਨਾਂ ਦੀ ਧੂੜ ਬਣ ਜਾਵਾਂ, ਤੁਹਾਡੇ ਚਰਨਾਂ ਦੀ ਮੈਂ ਧੂੜੀ ਬਣ ਜਾਵਾਂ। ਔਰ ਜੀ ਪੜੋ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ। ਜਦੋਂ ਮੈਂ ਤੁਹਾਡੇ ਚਰਨਾਂ ਦੇ ਨਾਲ ਸਦਾ ਧੂੜ ਰੂਪ ਦੇ ਵਿੱਚ ਜੁੜਿਆ ਹੋਵਾਂ ਤਾਂ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਰਹਾਂ। ਚਰਨਾਂ ਦੀ ਸ਼ਰਨ ਰਹਿਣ ਤੋਂ ਮੇਰੀ ਇਹ ਪ੍ਰਾਪਤੀ ਹੋਵੇ ਕਿ ਪੇਖੋਂ ਸਦਾ ਹਜੂਰ, ਮੈਂ ਸਦਾ ਮੌਜੂਦ ਹੋ ਕੇ, ਤੁਹਾਡੇ ਚਰਨਾਂ ਵਿੱਚ ਮੌਜੂਦ ਹੋ ਕੇ, ਤੁਹਾਡੀ ਹਜ਼ੂਰੀ ਵਿੱਚ ਹੋ ਕੇ ਮੈਂ ਸਦਾ ਤੁਹਾਡੇ ਦਰਸ਼ਨ ਕਰਦਾ ਰਹਾ। ਮੈਂ ਇੱਕ ਵਾਰ ਫਿਰ ਬੇਨਤੀ ਕਰਦਾ, ਸੱਜਣ ਜੀ, ਹੇ ਵਾਹਿਗੁਰੂ ਜੀ, ਹੇ ਮੇਰੇ ਪ੍ਰੀਤਮ ਪਿਆਰੇ ਜੀ, ਤੁਸੀਂ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਲਓ, ਤਾਂ ਕਿ ਨਾ ਮੈਂ ਸਦਾ ਤੁਹਾਡੇ ਚਰਨਾਂ ਦੀ ਸ਼ਰਨ ਰਹਾਂ ਔਰ ਮੈਨੂੰ ਲਾਭ ਹੋਵੇ ਕਿ ਮੈਂ ਹਰ ਵੇਲੇ ਤੁਹਾਡੇ ਦਰਸ਼ਨ ਕਰਦਾ ਰਹਾਂ। ਪੇਖੋਂ ਵੇਖਾਂ ਸਦਾ ਹਜੂਰ, ਸਦਾ ਹਜ਼ੂਰੀ ਦੇ ਵਿੱਚ ਮੈਂ ਰਹਾਂ। ਤੁਸੀਂ ਹਾਜ਼ਰ, ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਹਾਜ਼ਰ, ਮੈਂ ਸਦਾ ਰਹਾਂ, ਮੈਂ ਮੌਜੂਦ ਰਹਾਂ।
ਇੱਕ ਅਲੰਕਾਰ ਹੈ ਸੁੰਦਰ, ਬਹੁਤ ਖੂਬਸੂਰਤ ਅਲੰਕਾਰ ਹੈ ਸਤਿਗੁਰਾਂ ਨੇ ਦਿੱਤਾ ਪੰਚਮ ਪਾਤਸ਼ਾਹ ਮਹਾਰਾਜ ਨੇ। ਜਿਵੇਂ ਵਜੂਦ ਹੈ ਸਰੀਰ ਦਾ, ਸ਼ਬਦਾਵਲੀ ਉਸ ਪ੍ਰਕਾਰ ਦੀ ਵਰਤੀ ਨਾ। ਚਰਨ ਤੋਂ ਭਾਵ ਪੈਰ, ਨਿਰਮਲ ਪੈਰ ਹੋਣ, ਅਸੀਂ ਅਦਬ ਦੇ ਨਾਲ ਚਰਨ ਆਖਦੇ ਹਾਂ, ਵਾਹਿਗੁਰੂ ਜੀ ਤੁਹਾਡੇ ਚਰਨ। ਇਹ ਅਲੰਕਾਰ ਕਿਉਂ ਦਿੱਤਾ? ਨਾਲ ਆਖਿਆ ਮੈਂ ਧੂੜੀ ਬਣਾ, ਤੁਸੀਂ ਮੈਨੂੰ ਬਣਾਓ ਆਪਣੀ ਧੂੜ, ਕਿਉਂ ਆਖਿਆ? ਸੰਗਤ ਜੀ, ਆਪ ਗੁਰੂ ਰੂਪ ਹੋ, ਤੁਹਾਡੇ ਪਾਸ ਸਾਰੇ ਭੇਤ ਨੇ। ਮੈਂ ਤਾਂ ਇਉਂ ਪ੍ਰਤੀਤ ਕਰਦਾ ਗੁਰੂ ਕੀਆਂ ਗੁਰੂ ਹੀ ਜਾਣਦੇ ਨੇ, ਪਰ ਮੈਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਡੇ ਕੱਪੜਿਆਂ ਦੇ ਨਾਲ ਕੋਈ ਲੱਗ ਜਾਵੇ, ਸਾਡੇ ਹੱਥ ਦੇ ਨਾਲ ਕੋਈ ਛੋਹ ਜਾਵੇ, ਕੋਈ ਵੀ ਵਜੂਦ ਕਿਸੇ ਰੂਪ ਦੇ ਵਿੱਚ ਵੀ, ਉਹ ਛੇਤੀ ਜੁਦਾ ਹੋ ਸਕਦਾ, ਅਲੱਗ ਹੋ ਸਕਦਾ ਹੈ। ਸਾਡੇ ਸਰੀਰ ਦੇ ਨਾਲ ਮਿੱਟੀ ਲੱਗ ਜਾਵੇ ਤੇ ਉਹ ਵੀ ਛੇਤੀ ਜੁਦਾ ਹੋ ਸਕਦੀ ਹੈ, ਲੇਕਿਨ ਜਿਹੜੀ ਧੂੜ ਬਣ ਕੇ ਸਾਡੇ ਪੈਰਾਂ ਦੇ ਥੱਲੇ ਲੱਗ ਜਾਂਦੀ ਹੈ ਨਾ, ਉਹ ਛੇਤੀ ਜੁਦਾ ਨਹੀਂ ਹੁੰਦੀ। ਧਿਆਨ ਕੀਤਾ? ਇਹ ਫਰਕ ਹੈ ਥੋੜਾ ਜਿਹਾ। ਉਹ ਛੇਤੀ ਜੁਦਾ ਨਹੀਂ ਹੁੰਦੀ। ਉਸ ਨੂੰ ਅਲੱਗ ਕਰਨ ਵਾਸਤੇ ਨਾ ਧੋਣਾ ਪੈਂਦਾ ਹੈ। ਕੋਈ ਕਰੜੀ ਚੀਜ਼ ਲੈ ਕੇ, ਜਿਵੇਂ ਝਾਵਾਂ ਜਾਂ ਕੁਝ ਹੋਰ ਪੱਥਰ ਲੈ ਕੇ, ਇੱਟ ਰੋੜਾ ਲੈ ਕੇ ਉਹਨੂੰ ਰਗੜਨਾ ਪੈਂਦਾ ਚੰਗੀ ਤਰ੍ਹਾਂ, ਮਲ ਮਲ ਕੇ ਲਾਉਣਾ ਪੈਂਦਾ ਹੈ। ਜਦ ਕਿ ਲਿਬਾਸ ਚਟਾਪਟ ਲਾਇਆ ਜਾ ਸਕਦਾ ਹੈ। ਕੁਝ ਹੋਰ ਚੀਜ਼ ਹੋਵੇ ਉਹਨੂੰ ਅਲੱਗ, ਜਿਵੇਂ ਗਹਿਣਾ ਪਾਇਆ ਹੈ ਜਾਂ ਕੋਈ ਹੋਰ ਚੀਜ਼ ਪਾਈ ਹੋਈ ਹੈ, ਉਹਨੂੰ ਜੁਦਾ ਕੀਤਾ ਜਾ ਸਕਦਾ ਹੈ, ਪਰ ਧੂੜ ਨੂੰ ਇਵੇਂ ਜੁਦਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਧੂੜ ਚਰਨਾਂ ਨਾਲ ਛੋਹ ਕੇ, ਚਰਨਾਂ ਥੱਲੇ ਆ ਕੇ ਵਾਰ ਮਸਲੀ ਜਾਂਦੀ ਹੈ। ਔਰ ਇੰਨੀ ਮਸਲੀ ਜਾਂਦੀ ਹੈ ਕਿ ਚਰਨਾਂ ਨਾਲ ਅਭੇਦ ਹੋ ਜਾਂਦੀ ਹੈ, ਅਲੱਗ ਕਰਨਾ ਹੀ ਔਖਾ ਹੋ ਜਾਂਦਾ। ਮੈਨੂੰ ਇਉਂ ਜਾਪਦਾ ਹੈ ਜਿਵੇਂ ਸਤਿਗੁਰੂ ਮਹਾਰਾਜ ਨਾ ਸਾਨੂੰ ਗੱਲ ਪਿਆਰ ਨਾਲ ਸਮਝਾਉਂਦੇ ਪਏ ਹੋਣ। ਦੇਖੋ, ਪਿਆਰ ਅਸੀਂ ਸਾਰੇ ਹੀ ਕਰਦੇ ਹਾਂ ਨਾ ਆਪਣੇ ਸਤਿਗੁਰਾਂ ਦੇ ਨਾਲ, ਪਰਮੇਸ਼ਰ ਨਾਲ ਪਿਆਰ ਅਸੀਂ ਸਾਰੇ ਹੀ ਕਰਦੇ ਹਾਂ। ਕੌਣ ਹੈ ਜਿਹੜਾ ਨਹੀਂ ਪਿਆਰ ਕਰਦਾ? ਤੁਸੀਂ ਬਿਨਾਂ ਪਿਆਰ ਤੋਂ ਇੱਥੇ ਆਏ ਹੋ ਜਾਂ ਬਿਨਾਂ ਪਿਆਰ ਤੋਂ ਇੱਥੇ ਬੈਠੇ ਹੋਏ ਹੋ? ਨਹੀਂ, ਇਹ ਤਾਂ ਨਹੀਂ ਬਾਤ ਹੈ ਨਾ, ਸਾਰੇ ਹੀ ਪਿਆਰ ਕਰਦੇ ਹਾਂ। ਪਰ ਕਦੀ ਇੰਨੀ ਨਿਕਟਤਾ, ਇੰਨੀ ਨੇੜਤਾ, ਇੰਨੀ ਸਮੀਪਤਾ ਅਸੀਂ ਕਦੀ ਮੰਗੀ, ਕਦੀ ਅਹਿਸਾਸ ਕੀਤਾ ਕਿ ਭਾਵੇਂ ਮੈਂ ਚਰਨਾਂ ਦੇ ਥੱਲੇ ਆ ਕੇ ਮਸਲਿਆ ਜਾਵਾਂ, ਮੇਰੀ ਕੋਈ ਹੋਂਦ ਨਾ ਰਹੇ, ਪਰ ਹੇ ਜੀ ਤੁਸੀਂ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ, ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਲਓ। ਹੁਣ ਹੋਰ ਥੋੜਾ ਜਿਹਾ ਡੀਪ ਡਾਊਨ ਚੱਲਿਓ ਜੀ ਪਿਆਰ ਦੇ ਨਾਲ। ਮਹੱਲਾ ਪੰਜਵਾਂ। ਪਤਿਤ ਪੁਨੀਤ ਅਸੰਖ ਹੋਏ, ਹਰ ਚਰਨੀ ਮਨ ਲਾਗ। ਸਤਿਗੁਰਾਂ ਨੇ ਦੂਜੇ ਸ਼ਲੋਕ ਵਿੱਚ ਆਖਿਆ, ਪਤਿਤ ਅਸੰਖ ਪੁਨੀਤ ਹੋਏ। ਅਸੰਖ ਤੋਂ ਭਾਵ ਬੇਅੰਤ, ਅਨੇਕਾਂ ਹੀ ਜਿਹੜੇ ਪਤਿਤ ਨੇ। ਪਤਿਤ ਮੈਂ ਨਾ ਗਿਰੇ ਹੋਏ। ਪਤਿਤ ਸ਼ਬਦ ਦਾ ਅਰਥ ਹੁੰਦਾ ਹੈ ਆਪਣੀ ਪਦਵੀ ਤੋਂ, ਆਪਣੀ ਪਦ ਤੋਂ ਥੱਲੇ ਗਿਰਿਆ ਹੋਇਆ, ਡਿੱਗਾ ਹੋਇਆ, ਨੀਚ ਬਿਰਤੀਆਂ ਵਾਲਾ, ਮੰਦਕਰਮੀ ਪੁਰਸ਼। ਇੱਕ ਨਹੀਂ, ਦੋ ਨਹੀਂ, ਅਸੰਖ। ਪੁਨੀਤ ਹੋਏ, ਪੁਨੀਤ ਮੈਂ ਨਾ ਪਵਿੱਤਰ ਹੋ ਜਾਂਦੇ ਨੇ। ਕਦੋਂ ਹੋ ਜਾਂਦੇ ਨੇ? ਹਰ ਚਰਣੀ ਮਨ ਲਾਗ, ਜਦੋਂ ਉਹਨਾਂ ਦਾ ਮਨ ਹਰੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਹੁਣ ਧੂੜ ਦੇ ਅਰਥ ਸਤਿਗੁਰੂ ਮਹਾਰਾਜ ਕਰ ਰਹੇ। ਪਹਿਲਾਂ ਚਰਨ ਆਖਿਆ ਤੇਰੇ ਚਰਨ ਕੀ, ਹੁਣ ਆਖਿਆ ਹਰ ਚਰਨੀ, ਹਰੀ ਦੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਮਨ ਲੱਗ ਗਿਆ। ਧੂੜ ਹੋਣ ਤੋਂ ਕੀ ਭਾਵ ਹੈ? ਜਿਨ੍ਹਾਂ ਦਾ ਮਨ ਲੱਗ ਗਿਆ, ਜੁੜ ਗਿਆ। ਫਿਰ ਕੀ ਹੋਇਆ ਜੀ? 68 ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ। ਗੱਲ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਪਰਮੇਸ਼ਰ ਦੇ ਪਾਸੋਂ ਜਦੋਂ ਅਸੀਂ ਉਹਨਾਂ ਦੀ ਨਿਕਟਤਾ ਮੰਗਦੇ ਹਾਂ, ਅਸੀਂ ਨੇੜਤਾ ਮੰਗਦੇ ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਸਦਾ ਤੁਹਾਡੇ ਦੀਦਾਰ ਹੁੰਦੇ ਰਹਿਣ, ਅਸੀਂ ਸਦਾ ਤੁਹਾਡੀ ਹਜ਼ੂਰੀ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਵਸਦੇ ਰਹੀਏ, ਅਸੀਂ ਅਭੇਦ ਹੋ ਜਾਈਏ, ਤਾਂ ਕੀ ਭਾਵ ਹੈ?
ਗੁਰੂ ਪਰਮੇਸ਼ਰ ਜੀ ਦੀ ਯਾਦ ਵਿੱਚ ਅਸੀਂ ਸਦਾ ਜੁੜੇ ਰਹੀਏ। ਉਹਨਾਂ ਦਾ ਨਾਮ, ਉਹਨਾਂ ਦਾ ਨਾਮਣਾ, ਉਹਨਾਂ ਦੀਆਂ ਵਡਿਆਈਆਂ, ਉਹਨਾਂ ਦੇ ਗੁਣ, ਉਹਨਾਂ ਦਾ ਨੇਮ ਨਾਮ ਚਿੰਤਨ ਸਿਮਰਨ ਜਿਸ ਨੂੰ ਅਸੀਂ ਕਹਿ ਲੈਂਦੇ ਹਾਂ, ਇਹ ਕੀ ਹੈ? 68 ਤੀਰਥ ਨਾਮ ਪ੍ਰਭੂ ਦਾ ਨਾਮ ਹੈ। 68 ਤੀਰਥਾਂ ਦਾ ਇਸ਼ਨਾਨ, ਇਹ 68 ਤੀਰਥ ਨੇ। ਹੁਣ ਸਤਿਗੁਰੂ ਮਹਾਰਾਜ ਨੇ 68 ਤੀਰਥਾਂ ਦਾ ਜ਼ਿਕਰ ਕਿਉਂ ਕੀਤਾ ਕਿ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ, 400 ਸਾਲ ਪਹਿਲਾਂ, 1604 ਈਸਵੀ ਤੋਂ ਪਹਿਲਾਂ ਦੀ ਬਾਤ ਹੈ ਨਾ ਸਾਰੀ। ਭਾਰਤੀ ਸੰਸਕ੍ਰਿਤੀ ਵਿੱਚ 68 ਤੀਰਥਾਂ ਦਾ ਬੜਾ ਮਹੱਤਵ ਸੀ। ਤੁਸੀਂ ਦੇਖਿਆ ਹੁਣ ਅੰਦਰ ਜਦੋਂ ਦਰਸ਼ਨ ਦੀਦਾਰ ਕਰਕੇ ਆਉਂਦੇ ਹੋ ਤੇ ਦੁੱਖ ਭੰਜਨੀ ਸਾਹਿਬ ਬੇਰੀ ਦੇ ਕੋਲ ਨਾ ਨੇੜੇ ਹੀ ਇੱਕ ਅਸਥਾਨ ਛੋਟਾ ਜਿਹਾ ਬਣਿਆ ਹੋਇਆ, ਉਸ ਦਾ ਨਾਮ ਹੀ ਹੈ 68 ਤੀਰਥ। ਸਾਡੇ ਸਾਖੀਕਾਰਾਂ ਨੇ, ਗ੍ਰੰਥਾਕਾਰਾਂ ਨੇ ਉਸ ਦੇ ਭੇਦ ਖੋਲ੍ਹਣ ਦਾ ਯਤਨ ਕੀਤਾ ਤੇ ਇਹ ਗੱਲ ਆਖੀ ਕਿ ਇਸ ਤੀਰਥ ਵਿੱਚ, ਭਾਵ ਪਵਿੱਤਰ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤ ਸਰੋਵਰ ਦੇ ਵਿੱਚ ਹੀ 68 ਤੀਰਥਾਂ ਦਾ ਨਿਵਾਸ ਹੈ। ਕੋਈ ਅਮੀਰ, ਕੋਈ ਰਾਜਪੁੱਤਰ, ਕੋਈ ਸ਼ਹਜ਼ਾਦਾ, ਪਤਾ ਨਹੀਂ ਕਦੀ ਕੋਈ 68 ਤੀਰਥਾਂ ਤੇ ਨਹਾ ਸਕਿਆ ਕਿ ਨਹੀਂ ਨਹਾ ਸਕਿਆ, ਨਹਾ ਸਕੇ ਕਿ ਨਾ ਨਹਾ ਸਕੇ। ਸਤਿਗੁਰਾਂ ਨੇ ਆਖਿਆ ਤੁਸੀਂ ਆਓ, ਇੱਥੇ ਆ ਕੇ ਇਸ਼ਨਾਨ ਕਰੋ ਤੇ ਇੱਥੇ ਜਿਸ ਵੇਲੇ ਇਸ਼ਨਾਨ ਕਰੋਗੇ ਸਾਰੇ ਤੀਰਥਾਂ ਦਾ ਤੁਹਾਡਾ ਇਸ਼ਨਾਨ ਹੋ ਜਾਏਗਾ। ਗੱਲ ਸਮਝਾਉਣ ਦਾ ਇੱਕ ਯਤਨ ਸੀ, ਗੱਲ ਨੂੰ ਮੋੜ ਦੇਣ ਦਾ ਇੱਕ ਯਤਨ ਸੀ। ਸਾਨੂੰ ਅੱਜ ਵੀ ਧਿਆਨ ਕਰਨਾ ਚਾਹੀਦਾ। ਦੇਖੋ ਮੋੜ ਦਿੱਤਾ। ਭੱਟ ਮਿਲਾਪ ਦੀ ਗੱਲ ਜਿਸ ਵੇਲੇ ਆਸਾਂ ਨੇ ਕਰਨੀ ਹੈ, ਵਿਚਾਰਨੀ ਹੈ, ਤਾਂ ਚੇਤਾ ਰੱਖਿਓ ਜੇ ਮੈਂ ਆਂਸ਼ਿਕ ਤੌਰ ਤੇ ਥੋੜ੍ਹਾ ਜਿਹਾ ਜ਼ਿਕਰ ਕਰਾਂ, ਭਲਕੇ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਜਦੋਂ ਭੋਗ ਪਏਗਾ ਜਾਂ ਸਵੇਰ ਦੇ ਦੀਵਾਨ ਵਿੱਚ। ਪਰ ਕੱਲ੍ਹ ਨਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਹੋਣੀ, ਜਿਹੜੇ ਸਾਡੇ ਬਹੁਤ ਵੱਡੇ ਜਰਨੈਲ ਵੀ ਹੋਏ, ਜਿਨ੍ਹਾਂ ਨੇ ਪੰਥ ਦੀ ਅਗਵਾਈ ਕੀਤੀ, ਜਿਹੜੇ ਬੜੇ ਨਿਧੜਕਤਾ ਕਰਕੇ, ਨਿਡਰਤਾ ਕਰਕੇ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਮੰਨੇ ਜਾਂਦੇ ਨੇ, ਉਹਨਾਂ ਦੀ ਦੂਸਰੀ ਸ਼ਤਾਬਦੀ ਦੇ ਸੰਬੰਧੀ ਪ੍ਰੋਗਰਾਮ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ। ਅਕਾਲ ਤਖਤ ਸਾਹਿਬ ਤੇ ਉੱਥੇ ਵੀ ਅਖੰਡ ਪਾਠ ਜਾਰੀ ਹੈ ਤੇ ਸਵੇਰੇ ਭੋਗ ਪੈਣਾ ਹੈ 15 ਤਰੀਕ ਨੂੰ, ਇੱਥੇ ਵੀ ਭੋਗ ਪੈਣਾ ਹੈ। ਇੱਥੇ ਭੱਟ ਮਿਲਾਪ ਤੇ ਉੱਥੇ ਅਕਾਲੀ ਫੂਲਾ ਸਿੰਘ ਸਾਹਿਬ ਜੀ ਦੇ ਬਾਬਤ ਅਸੀਂ ਵਿਚਾਰ ਕਰਾਂਗੇ ਕੁਛ। ਔਰ ਕੱਲ੍ਹ ਹੀ ਟੁਮਾਰੋ ਭਾਵ ਭਲਕੇ ਦੂਜੇ ਸਤਿਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਹੋਰਾਂ ਦਾ ਗੁਰਿਆਈ ਪੁਰਬ ਵੀ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜੋਤ ਸਮਾਣੀ ਜੋਤ ਮਾਹੇ ਆਪੇ ਆਪੇ ਸੇਤੀ ਮਿਕੇ ਆਉਣ ਵਾਲੀ ਜਿਹੜੀ ਕਲਾ ਹੈ ਨਾ, ਇਹ ਵਰਤਾਈ। ਅਸਾਂ ਨੇ ਵਿਚਾਰ ਕਰਨੀ ਹੋਵੇਗੀ। ਤੋ ਖੈਰ ਵਧੇਰੇ ਜਿਹੜੀ ਵਿਚਾਰ ਹੈ ਨਾ, ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਆਖਾਂਗਾ, ਕਿਉਂਕਿ ਅਸੀਂ ਸ਼ਬਦ ਦੀ ਵਿਚਾਰ ਕਰਨ ਵਾਸਤੇ ਬੈਠੇ ਹਾਂ। ਇਤਿਹਾਸਕ ਦੀ ਟੂਕ ਮਾਤਰ ਦਿੱਤੀ ਜਾ ਸਕਦੀ ਹੁੰਦੀ ਹੈ, ਇਤਿਹਾਸ ਵਿਚਾਰਿਆ ਨਹੀਂ ਜਾ ਸਕਦਾ ਹੁੰਦਾ। ਇਸ ਲਈ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਸਾਰੀਆਂ ਭੈਣਾਂ ਨੂੰ, ਸਾਰੇ ਭਾਈਆਂ ਨੂੰ ਕਿ ਇੱਥੇ ਪੁਸਤਕਾਂ ਮਿਲ ਜਾਂਦੀਆਂ ਨੇ। ਆਪਣੀ ਸ਼੍ਰੋਮਣੀ ਕਮੇਟੀ ਦੇ ਸਟਾਲ ਨੇ, ਬਾਜ਼ਾਰ ਭਰੇ ਪਏ ਨੇ, ਸਾਡੀਆਂ ਧਰਮ ਪੋਥੀਆਂ ਦੇ ਪੁਸਤਕਾਂ ਦੇ ਸਟਾਲ ਲੱਗੇ ਹੋਏ ਨੇ। ਤੁਸੀਂ ਨਾ ਆਪਣੀ ਮਨ ਭਾਉਂਦੀ ਪੁਸਤਕ ਲੈ ਕੇ ਜਾਓ। ਜੇ ਭੱਟ ਦਿਵਸ ਮਨਾਇਆ ਜਾ ਰਿਹਾ ਹੈ ਤੇ ਪੁਸਤਕ ਲੈ ਕੇ ਜਾਓ ਜਿਹਦੇ ਵਿੱਚ ਸਵਈਆਂ ਦਾ ਪਾਠ ਹੈ, ਸਵਈਆਂ ਦੇ ਅਰਥ ਕੀਤੇ ਨੇ, ਉੱਥੇ ਫਿਰ ਭੱਟਾਂ ਦਾ ਜ਼ਿਕਰ ਕੀਤਾ ਹੋਇਆ ਹੈ, ਸਾਰਾ ਵਿਸਥਾਰ ਕੀਤਾ ਹੋਇਆ। ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਹੋਰਾਂ ਦੇ ਬਾਬਤ ਜੇ ਜਾਣਨਾ ਚਾਹੁੰਦੇ ਹੋ ਤੇ ਪੁਸਤਕ ਲੈ ਜਾਓ, ਭਲਕੇ ਵੀ ਵਿਚਾਰ ਕਰਾਂਗੇ ਤੇ ਕਿੰਨੀ ਕੋਈ ਇਤਿਹਾਸਕ ਵਿਚਾਰ ਕਰ ਲਾਂਗੇ। ਔਰ ਇਹ ਨਾ ਰੁਚੀ ਬਣਾਓ ਜ਼ਰੂਰ ਬਰ ਜ਼ਰੂਰ। ਕਥਾ ਦੇ ਵਿੱਚ ਕੁਝ ਸੁਣਿਆ ਜਾਂਦਾ ਹੈ, ਕੁਝ ਰਹਿ ਜਾਂਦਾ ਹੈ। ਕੁਝ ਮੈਂ ਕਹਿੰਦਾ ਗੈਰ ਹਾਜ਼ਰ ਹੋ ਸਕਦਾ, ਕੁਝ ਤੁਹਾਡਾ ਸੁਣਦਿਆਂ ਮਨ ਗੈਰ ਹਾਜ਼ਰ ਹੋ ਸਕਦਾ, ਕੁਝ ਸੁਣਿਆ ਕੁਝ ਨਾ ਸੁਣਿਆ। ਇਸ ਲਈ ਬਿਹਤਰ ਹੈ, ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਸਾਰੇ ਤੁਸੀਂ ਨਾ ਧਿਆਨ ਕਰੋ। ਇਹ ਭੱਟ 441 ਵਰ੍ਹੇ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ।
ਜਦੋਂ ਸਾਰੇ ਰਲ ਕੇ ਆਏ ਨੇ। ਐਸੇ ਸੰਕੇਤ ਮਿਲਦੇ ਨੇ ਕਿ ਭਿੱਖਾ ਜੀ ਪਹਿਲਾਂ ਵੀ ਆਏ, ਸੰਕੇਤ ਮਿਲਦੇ ਨੇ। ਔਰ ਆਏ ਉਸ ਵੇਲੇ ਜਿਸ ਵੇਲੇ ਚੌਥੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੋਤੀ ਜੋਤ ਸਮਾ ਚੁੱਕੇ ਸਨ। ਲੇਕਿਨ ਜਿਵੇਂ ਅਕਸਰ ਹੀ ਹੋਇਆ ਕਰਦਾ ਹੈ ਕਿ ਬਾਅਦ ਵਿੱਚ ਅਜੇ ਦਸਤਾਰ ਬੰਦੀ ਦੀ ਰਸਮ ਹੋਣੀ ਬਾਕੀ ਸੀ। ਜਿੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਸਤਾਰ ਬੰਦੀ ਦੀ ਰਸਮ ਜਿਹੜੀ ਹੈ ਨਾ ਬਾਅਦ ਵਿੱਚ ਕਰਵਾਈ ਜਾਂਦੀ ਹੈ ਸਮਾਜਿਕ ਤੌਰ 'ਤੇ, ਉਹ ਅਜੇ ਰਸਮ ਹੋਣੀ ਬਾਕੀ ਸੀ। ਉਸ ਵੇਲੇ ਇਹ ਭੱਟ ਸਾਰੇ ਆਏ। ਇਹ 1581 ਦੀ ਗੱਲ ਹੈ। ਔਰ ਜ਼ਰੂਰ ਹੈ ਇਹ ਬਾਤ ਕਿ ਉਹ ਆਏ ਅਤੇ ਗੋਇੰਦਵਾਲ ਸਾਹਿਬ ਵਿਖੇ ਆਏ, ਜਿਸ ਦਾ ਉਹ ਫਿਰ ਜ਼ਿਕਰ ਵੀ ਕਰਦੇ ਨੇ ਬਾਅਦ ਵਿੱਚ। ਗੋਬਿੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਵਿਪਾਸ ਬਣਾਇਓ। 11 ਭੱਟ ਮੈਂ ਜ਼ਿਕਰ ਕਰਨ ਜਾ ਰਿਹਾ ਸਾਂ ਸ਼ਬਦ ਨੂੰ ਮੁੱਖ ਰੱਖਦਿਆਂ ਹੋਇਆਂ। 11 ਭੱਟਾਂ ਦੇ ਵਿੱਚੋਂ ਇੱਕ ਭੱਟ ਹਰਿਬੰਸ ਜੀ, ਉਹਨਾਂ ਦੇ ਸਿਰਫ 2 ਸਵਈਏ ਨੇ। ਹੁਣ ਆਪਾਂ ਆਰੰਭ ਕਰਦਿਆਂ ਹੋਇਆਂ ਮਥੁਰਾ ਜੀ ਦੇ 7 ਸਵਈਏ ਪਾਠ ਆਪਾਂ ਨੇ ਸਰਵਣ ਕੀਤਾ। ਇਸ ਤੋਂ ਅੱਗੇ ਨਾ ਹਰਿਬੰਸ ਜੀ ਦੇ 2 ਸਵਈਏ ਆਉਂਦੇ ਨੇ। ਮੈਂ ਤੁਹਾਡਾ ਧਿਆਨ ਇੱਥੇ ਦਿਵਾਉਂਦਾ ਜਿੱਥੇ ਸਤਿਗੁਰੂ ਮਹਾਰਾਜ ਆਪ ਕਹਿ ਰਹੇ ਨੇ 68 ਤੀਰਥ ਨਾਮ ਪ੍ਰਭੂ ਦਾ ਨਾਮ 68 ਤੀਰਥ ਹੈ। ਇਸੇ ਦਾ ਹੀ ਜ਼ਿਕਰ ਹਰਿਬੰਸ ਕਰ ਰਹੇ ਨੇ। ਉਹ ਕਹਿੰਦੇ ਨੇ ਮੈਂ ਦੇਖ ਰਿਹਾ। ਕੀ ਦੇਖ ਰਿਹਾ? ਅਜੈ ਗੰਗ ਜਾਲਿਆ ਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਏ, ਵੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜੁਨ ਸਿਰ ਛਤਰ, ਆਪ ਪਰਮੇਸ਼ਵਰ ਦੀਓ। ਸਤਿਗੁਰੂ ਜੀ ਦੀ ਸਿਫਤ ਕਰਦਿਆਂ ਹੋਇਆਂ ਲਿਖ ਰਹੇ ਨੇ। ਔਰ ਚੇਤੇ ਰੱਖਣ ਵਾਲੀ ਬਾਤ ਹੈ ਕਿ 1581 ਵਿੱਚ ਆਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਬੱਧੀ ਗਈ, ਸਰੂਪ ਤਿਆਰ ਹੋਇਆ 1604 ਵਿੱਚ ਹੋਇਆ, 23 ਵਰ੍ਹਿਆਂ ਬਾਅਦ। ਔਰ ਇਹ ਸਾਰੇ ਸੱਜਣ 23 ਵਰ੍ਹੇ ਲਗਾਤਾਰ ਇੱਥੇ ਰਹੇ ਨੇ, ਉਸ ਤੋਂ ਬਾਅਦ ਵੀ ਇੱਥੇ ਰਹੇ ਨੇ। ਜਿਸ ਮਥੁਰਾ ਜੀ ਦਾ ਜ਼ਿਕਰ ਅਸੀਂ ਕੀਤਾ ਨਾ ਹੁਣੇ 7 ਸਵਈਆਂ ਦਾ ਪਾਠ ਕਰਕੇ ਅਸਾਂ ਨੇ ਉਹਨਾਂ ਦੀ ਘਾਲਣਾ, ਉਹਨਾਂ ਦੀ ਜੋ ਸਤਿਗੁਰਾਂ ਦੀ ਕੀਤੀ ਹੋਈ ਸਿਫਤ ਹੈ ਸਰਵਣ ਕੀਤਾ। ਮਥੁਰਾ ਜੀ 1621 ਦੇ ਵਿੱਚ ਜਾ ਕੇ ਪਹਿਲੇ ਯੁੱਧ ਦੇ ਵਿੱਚ ਸ਼ਹੀਦ ਹੋਣ ਵਾਲੇ ਭੱਟ ਵੀ ਨੇ ਮਥੁਰਾ ਜੀ। ਔਰ ਦੂਸਰੇ ਨੇ ਨਾਲ ਸ਼ਹੀਦ ਹੋਣ ਵਾਲੇ 10 ਸਾਲ ਬਾਅਦ 13 ਸਾਲ ਬਾਅਦ ਜਾ ਕੇ 1634 ਦੇ ਵਿੱਚ ਭੱਟ ਕੀਰਤ ਜੀ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ। ਮੈਂ ਇਤਿਹਾਸਕ ਹਵਾਲਾ ਦਿੰਦਿਆਂ ਥੋੜ੍ਹਾ ਜਿਹਾ ਮੈਂ ਖਿਲਾਰੇ ਵਿੱਚ ਪੈ ਗਿਆ, ਜਿਹੜਾ ਕਿ ਜ਼ਰੂਰੀ ਜਿਹਾ ਬਣ ਜਾਂਦਾ ਹੈ। ਹਰਿਬੰਸ ਕਹਿੰਦੇ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਇੱਥੇ ਦਰਬਾਰ ਵਿੱਚ ਰਹਿੰਦੇ ਨੇ, ਅੱਜ ਸਾਡੀ ਦ੍ਰਿਸ਼ਟੀ ਵਿੱਚ ਉਹ ਗੱਲ ਨਹੀਂ ਆਵੇਗੀ ਕਿਉਂਕਿ ਅਸੀਂ ਰੰਗ ਵਿੱਚ ਬਹੁਤ ਰੰਗੇ ਗਏ, ਗੁਰੂ ਰੰਗ ਦੇ ਵਿੱਚ ਬਹੁਤ ਰੰਗੇ ਗਏ। ਲੇਕਿਨ ਉਹ ਜਿਹੜੇ ਪੁਰਾਣਕ ਪਿੱਠ ਵਾਲੇ ਸਨ ਨਾ, ਬੈਕਗਰਾਊਂਡ ਵਾਲੇ ਸਨ, ਉਹ ਦੇਖਦੇ ਨੇ, ਕਹਿੰਦੇ ਨੇ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ। ਕਹਿੰਦੇ ਭਾਰਤ ਦੇ ਵਿੱਚ ਇੱਕ ਗੰਗਾ ਵਹਿੰਦੀ ਹੈ ਜਿਸ ਨੂੰ ਬੜੀ ਪਵਿੱਤਰ ਮੰਨਿਆ ਜਾਂਦਾ ਹੈ, ਪਰ ਉਸ ਪਵਿੱਤਰ ਤੱਕ ਪਹੁੰਚ ਹਰ ਇੱਕ ਦੀ ਨਹੀਂ ਹੈ। ਸਾਰੇ ਵਰਨਾਂ ਵਾਲੇ ਵੀ ਉੱਥੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ। ਲੇਕਿਨ ਮੈਂ ਦੇਖਦਾ ਪਿਆ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਇੱਥੇ ਲਗਾਤਾਰ ਗੰਗਾ ਵਹਿ ਰਹੀ ਹੈ। ਔਰ ਮੈਂ ਦੇਖਦਾ ਹਰ ਵੇਲੇ ਸਿੱਖ ਸੰਗਤ ਇਸ਼ਨਾਨ ਪਈ ਕਰਦੀ ਹੈ। ਸੋਚੋ ਖਾਂ ਜ਼ਰਾ ਵਿਚਾਰੋ, ਕੀਤਾ ਇਸ਼ਨਾਨ ਤੁਸਾਂ ਨੇ? ਕਿਸੇ ਗੰਗਾ ਵਿੱਚ ਇਸ਼ਨਾਨ ਕੀਤਾ? ਔਰ ਨਾਮ ਤੋਂ ਟਪਲਾ ਨਾ ਖਾ ਜਾਇਓ ਜੇ। ਅੱਗੇ ਹੋਰ ਸਗੋਂ ਵਿਚਾਰ ਕਰਦੇ ਨੇ, ਕਹਿੰਦੇ ਨੇ ਨਿਤ ਪੁਰਾਣ ਬਾਚੀਏ। ਇੱਥੇ ਤਾਂ ਅਸੀਂ ਦੇਖਦੇ ਪਏ ਹਾਂ ਬਿਆਸ ਜੀ ਰੋਜ਼ ਪੁਰਾਣ ਪੈ ਪੜ੍ਹਦੇ ਨੇ, ਅਤੇ ਕੇਵਲ ਬਿਆਸ ਜੀ ਪੁਰਾਣ ਹੀ ਨਹੀਂ ਪੜ੍ਹ ਰਹੇ, ਵੇਦ ਬ੍ਰਹਮਾ ਮੁਖ ਗਾਵੈ। ਬ੍ਰਹਮਾ ਜੀ ਇੱਥੇ ਤਾਂ ਵੇਦ ਸੁਣਾਉਂਦੇ ਪਏ ਨੇ। ਕਿਸ ਦੀ ਗੱਲ ਕਰਦੇ ਨੇ? ਗੁਰੂ ਦਰਬਾਰ ਦੀ ਗੱਲ ਕਰਦੇ ਨੇ, ਗੁਰੂ ਦਰਬਾਰ ਦੀਆਂ ਵਡਿਆਈਆਂ ਦੀ ਗੱਲ ਕਰਦੇ ਪਏ ਨੇ।
ਹੁਣ ਕਿਹੜੇ ਵੇਦ ਦੀ ਗੱਲ ਚੱਲ ਰਹੀ ਹੈ, ਕਿਹੜੇ ਪੁਰਾਣ ਦੀ ਗੱਲ ਚੱਲ ਰਹੀ ਹੈ, ਕਿਹੜੀ ਗੰਗਾ ਦੀ ਗੱਲ ਚੱਲ ਰਹੀ ਹੈ? ਸ਼ਬਦ ਰੂਪੀ ਪੁਰਾਣ, ਸ਼ਬਦ ਰੂਪੀ ਵੇਦ, ਸ਼ਬਦ ਰੂਪੀ ਗੰਗਾ। ਫਿਰ ਧਿਆਨ ਰੱਖਣਾ। ਮੈਂ ਇਸ ਲਈ ਤੁਹਾਨੂੰ ਆਖਿਆ ਤੁਸੀਂ ਪੁਸਤਕਾਂ ਲੈ ਜਾਓ, ਪੋਥੀਆਂ ਲੈ ਜਾਓ, ਆਪ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਪੜ੍ਹਿਆ ਕਰੋ, ਪੜ੍ਹੋ ਆਪ ਸਾਰੇ। ਜਦੋਂ ਅਸੀਂ ਨਾ ਸੁਭਾਵਕ ਪਾਠ ਕਰਦੇ ਹਾਂ, ਤੁਸੀਂ ਕਿਤਨੀ ਵਾਰੀ ਪਾਠ ਕੀਤਾ ਹੋਵੇਗਾ, ਤੇ ਤੁਹਾਡਾ ਮਨ ਜ਼ਰੂਰ ਇੱਥੇ ਅਟਕ ਸਕਦਾ ਹੈ ਵੀ ਇਹ ਕਿਹੜੀ ਗੰਗਾ ਦੀ ਗੱਲ ਪਏ ਕਰਦੇ ਨੇ, ਇਹ ਕਿਹੜੇ ਪੁਰਾਣ ਦੀ ਗੱਲ ਕਰਦੇ ਪਏ ਨੇ, ਇਹ ਕਿਹੜੇ ਵੇਦ ਦੀ ਗੱਲ ਕਰਦੇ ਪਏ ਨੇ। ਉਸ ਵੇਲੇ ਇਹ ਮੋੜ ਪਾਉਣਾ, ਇਸ ਪ੍ਰਕਾਰ ਦੀ ਸ਼ਬਦਾਵਲੀ ਲਿਆਉਣੀ, ਭਾਵਪੂਰ ਸ਼ਬਦਾਵਲੀ ਲਿਆਉਣੀ ਜ਼ਰੂਰੀ ਸੀ, ਔਰ ਸਤਿਗੁਰਾਂ ਨੇ ਲਿਆਂਦੀ। ਲੇਕਿਨ ਧਿਆਨ ਕੀ ਹੈ? ਧਿਆਨ ਹੈ ਸ਼ਬਦ ਦੇ ਵਿੱਚ, ਧਿਆਨ ਹੈ ਵਾਹਿਗੁਰੂ ਨਾਮ ਦੇ ਵਿੱਚ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਾਲ ਦੇ ਵਿੱਚ ਇਹਨਾਂ ਦੇ ਬਜ਼ੁਰਗ ਸਨ ਭਿੱਖਾ ਜੀ। ਭਿੱਖਾ ਜੀ ਹੋਰੀ 6 ਭਰਾ ਸਨ। ਭਗੀਰਥ ਜੀ ਦੀ ਬੰਸ ਵਿੱਚੋਂ ਰਈਆ ਦੇ ਪੁੱਤਰ 6 ਭਰਾ ਸਨ। ਇਹ ਜਿਹੜੇ 11 ਭੱਟ ਨੇ, ਇਹ 6 ਭਰਾਵਾਂ ਦੀ ਅੱਗੇ ਅੰਸ਼ ਬੰਸ ਸਨ। ਇਹਨਾਂ ਦੀ ਉਮਰ ਦੇ ਵਿੱਚੋਂ ਜਿਹੜੇ ਸਭ ਤੋਂ ਵਡੇਰੀ ਉਮਰ ਦੇ ਸਨ, ਉਹ ਸਨ ਭਿੱਖਾ ਜੀ। ਭਿੱਖਾ ਜੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਾਇਦ ਪਹਿਲਾਂ ਵੀ ਦਰਸ਼ਨ ਕਰ ਗਏ ਸਨ, ਜਿਸ ਕਰਕੇ ਬਾਅਦ ਵਿੱਚ ਉਹਨਾਂ ਨੇ ਉਹੀ ਗੱਲ ਲਿਖੀ, ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਏ ਪੰਡਿਤ ਮਿੱਠੇ। ਅਸੀਂ ਵੇਖੇ ਬੜੇ ਸਾਧ। ਕਹਿੰਦੇ ਨੇ ਬਰਸ ਏਕ ਹੋਂ ਫਿਰਿਓ ਕਿਨੇ ਨੌ ਪਰਚੋ ਲਾਇਓ। ਜਿਹਨੂੰ ਅਸੀਂ ਕਹਿੰਦੇ ਨੇ ਮੈਂ ਸਾਲ ਭਰ ਧੱਕੇ ਖਾਂਦਾ ਰਿਹਾ। ਬਰਸ ਏਕ ਹੋਂ ਫਿਰਿਓ, ਇਤਿਹਾਸਕ ਬਚਨ ਨੇ ਕਿ ਨਾ ਨੌ ਪਰਚੋ ਲਾਇਓ। ਕਹਿੰਦੇ ਨੇ ਗੱਲ ਕੀ ਹੈ? ਕਹਤੇ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਹੀ ਗੱਲਾਂ ਸਨ, ਰਹਿਤ ਵਾਲੀ ਬਾਤ ਹੈ ਹੀ ਕੋਈ ਨਹੀਂ ਸੀ। ਹੁਣ ਕਿਹੜੀ ਰਹਿਤ ਵਾਲੀ ਬਾਤ ਨਹੀਂ ਸੀ? ਹੈ ਹਰ ਨਾਮ ਛੋੜ ਦੂਜਾ ਲੱਗੇ, ਇਹ ਰਹਿਤ ਨਹੀਂ ਹੈਗੀ ਸੀ। ਰੇਖ ਪੇਖ ਹੈਗਾ ਸੀ, ਗਿਆਨ ਧਿਆਨ ਹੈਗਾ ਸੀ, ਹੋਰ ਸਾਰਾ ਕੁਝ ਹੈਗਾ ਸੀ, ਪਰ ਹਰਿ ਨਾਮ ਛੋੜ ਦੂਜਾ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੂੰ। ਸਾਨੂੰ ਉਹਦੇ ਵਿੱਚੋਂ ਕੀ ਪ੍ਰਾਪਤੀ ਹੋਵੇਗੀ? ਕਹਿੰਦੇ ਨੇ ਮੈਂ ਇੱਥੇ ਆਇਆ ਨਾ ਜਿਸ ਵੇਲੇ, ਤੇ ਹੁਣ ਮੈਂ ਦੇਖ ਰਿਹਾ ਗੁਰ ਗਿਆਨ ਯਾਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇੱਕ ਚਿੱਤਹਿ ਲਿਵ ਲਾਵੈ, ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ, ਨਿਰੰਕਾਰ ਕੈ ਬਸੈ ਦੇਸ ਹੁਕਮ ਬੁੱਝ ਵਿਚਾਰ ਪਾਵੈ। ਕੌਣ? ਗੁਰੂ ਅਮਰਦਾਸ ਪਾਤਸ਼ਾਹ। ਇਹ ਨਿਰੰਕਾਰ ਦੇ ਦੇਸ ਵਸਦੇ ਨੇ, ਇਹਨਾਂ ਦੀ ਸੁਰਤੀ ਉੱਥੇ ਵਸਦੀ ਹੈ, ਇਹਨਾਂ ਦੇ ਕੋਲ ਹੋਰ ਕੁਛ ਵੀ ਨਹੀਂ। ਜਿਵੇਂ ਬਾਕੀ ਲਿਖਦੇ ਨੇ ਨਾ, ਆਖਦੇ ਨੇ ਗੁਰਮੁਖ ਪਿਆਰੇ, ਤੈਂ ਪੜ੍ਹਿਓ ਇੱਕ ਗੁਰੂ ਅਮਰਦਾਸ ਜੀ ਦੇ ਬਾਬਤ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੂੰਹ ਇੱਕ ਇੱਕ, ਦੋਏ ਠਾਏ ਨਾ ਜਾਣਿਓ। ਤੇਰੇ ਪਾਸ ਗੁਰੂ ਅਮਰਦਾਸ ਪਾਤਸ਼ਾਹ ਰੱਬੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਸੁਪਨ ਇੱਕ ਪ੍ਰਤੱਖ ਇੱਕ 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 ਸਮੈ ਲੀਨੋ। ਤੂੰ ਸਦਾ ਉਸ ਇੱਕ ਦੇ ਵਿੱਚ ਲੀਨ ਰਹਿਣ ਵਾਲਾ ਹੈ। ਜਿਵੇਂ ਭਿੱਖਾ ਜੀ ਫਿਰ ਆਖਦੇ ਨੇ ਨਾ, ਇੱਥੇ ਨਾ ਮੈਂ ਦੇਖ ਰਿਹਾ, ਉਹਦੇ ਪ੍ਰਵਾਹ ਚੱਲਦੇ ਪਏ ਨੇ। ਹਰਬੰਸੇ ਆਖਦੇ ਨੇ ਸਾਰੀਆਂ ਸਿੱਖ ਸੰਗਤਾਂ ਇਸ਼ਨਾਨ ਪੀਆਂ ਕਰਦੀਆਂ ਨੇ, ਅਜੈ ਚਵਰ ਸਿਰ ਢੁਲੈ ਨਾਮ ਹੀ ਅੰਮ੍ਰਿਤ ਮੁਖ ਲੀਓ। ਹਾਂਜੀ, ਜ਼ਿਕਰ ਕਰਦੇ ਨੇ। ਤੇ ਸਤਿਗੁਰੂ ਜੀ ਉਸੇ ਦਾ ਹੀ ਜ਼ਿਕਰ ਨਾ ਇਸ ਦੂਜੇ ਸ਼ਲੋਕ ਵਿੱਚ ਕਹਿ ਕੇ, ਪਤ ਤੇ ਅਸੰਖ ਪੁਨੀਤ ਹੋਏ ਪੁਨਾ ਪੁਨਾ ਬਲਿਹਾਰ, ਪਤ ਤੇ ਅਸੰਖ ਪੁਨੀਤ ਹੋਏ ਹਰ ਚਰਣੀ ਮਨ ਲਾਗ, 68 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ। ਕੋਈ ਵੀ ਮਲੀਨ ਤੋਂ ਮਲੀਨ, ਗਿਰਿਆ ਤੋਂ ਗਿਰਿਆ, ਉਹ ਪੁਨੀਤ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਵਾਹਿਗੁਰੂ। ਇਹ ਭੱਟਾਂ ਨੂੰ, ਜਿਨ੍ਹਾਂ ਨੂੰ ਮਾੜਾ ਬ੍ਰਾਹਮਣ ਆਖਿਆ ਜਾਂਦਾ ਸੀ, ਜਿਹੜੇ ਉੱਚ ਸ਼੍ਰੇਣੀ ਵਾਲੇ ਸਨ, ਉੱਚ ਵਰਗ ਵਾਲੇ ਸਨ, ਬ੍ਰਾਹਮਣ ਹੋਣ ਦੇ ਬਾਵਜੂਦ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਸਨ। ਲੇਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆ ਗਏ ਤੇ ਸਤਿਗੁਰਾਂ ਨੇ ਇੰਨਾ ਪਿਆਰ ਕੀਤਾ, ਉਹਨਾਂ ਭੱਟਾਂ ਨੂੰ, ਉਹਨਾਂ ਬ੍ਰਾਹਮਣ ਪੁੱਤਰਾਂ ਨੂੰ, ਗੁਰੂ ਕੇ ਸਿੱਖ ਬਣਿਆ ਨੂੰ ਆਪਣੇ ਨਾਲ ਬਿਠਾ ਲਿਆ।
ਭਾਵੇਂ ਅਸੀਂ ਇੱਥੇ ਸ਼ਬਦ ਪੜ੍ਹੀਏ ਤੇ ਭਾਵੇਂ ਕਿਤੇ ਪੜ੍ਹੀਏ, ਅਕਸਰ ਹੀ ਅਸੀਂ ਵਾਕ ਲੈਣ ਲੱਗਿਆਂ ਪੜ੍ਹਿਆ ਕਰਦੇ ਹਾਂ, ਸੋ ਕਹੋ ਟਲ ਗੁਰ ਸੇਵੀਐ, ਬੋਲੋ ਸਾਰੇ, ਸੋ ਕਹੋ ਟਲ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ। ਕੱਲ ਸਹਾਰ ਹੋਰਾਂ ਦਾ ਆਖਿਆ ਹੋਇਆ ਬਚਨ। ਜਦੋਂ ਅਸੀਂ ਸਤਿਗੁਰਾਂ ਨੂੰ ਯਾਦ ਕਰਦੇ ਹਾਂ, ਅਸੀਂ ਭੱਟਾਂ ਨੂੰ ਛੱਡ ਕੇ ਨਹੀਂ ਚੱਲਦੇ, ਕਿਉਂਕਿ ਗੁਰੂ ਸਾਹਿਬ ਨੇ ਛੱਡਿਆ ਨਹੀਂ ਹੈ, ਆਪਣੇ ਵਿੱਚ ਅਭੇਦ ਕਰ ਲਿਆ ਹੈ। ਵਧੇਰੇ ਵਿਚਾਰ ਆਪਾਂ ਫਿਰ ਕਰਾਂਗੇ, ਅੱਗੇ ਚੱਲਦੇ ਹਾਂ। ਸਤਿਗੁਰੂ ਜੀ ਬਚਨ ਕਰਦੇ ਨੇ ਜੀ। ਪੌੜੀ ਨਿਤ ਜਪੀਐ ਸਾਸ ਗਿਰਾਸ, ਨਾਉ ਪਰਵਦਿਗਾਰ ਦਾ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਉਸ ਕਰਤਾਰ ਨੂੰ ਹਰ ਸਵਾਸ ਦੇ ਨਾਲ ਚੇਤੇ ਰੱਖੀਏ, ਜਿਹੜੀ ਸਾਡੀ ਪਾਲਣਾ ਕਰਨ ਵਾਲਾ ਹੈ। ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ, ਜਿਸ ਤੇ ਉਹ ਤਰਸ ਕਰਦਾ ਹੈ ਸਦਾ ਹੀ ਉਹਨੂੰ ਚੇਤੇ ਰੱਖਦਾ ਹੈ। ਮੈਂ ਵਿਚਾਰ ਕਰ ਰਿਹਾ ਸਾਂ ਤੇ ਮੇਰੇ ਧਿਆਨ ਵਿੱਚ ਆ ਰਿਹਾ ਸੀ, ਕਈ ਵਾਰੀ ਨਾ ਅਸੀਂ ਅਕਸਰ ਕਹਿ ਦਿੰਦੇ ਹਾਂ, ਅੱਜ ਮੈਂ ਬਹੁਤ ਪਾਠ ਕਰਦਾ ਰਿਹਾ, ਅੱਜ ਮੇਰਾ ਮਨ ਬਹੁਤ ਲੱਗਾ ਹੈ ਸਿਮਰਨ ਤੇ। ਸਿਆਣਾ ਕੋਲੋਂ ਬੋਲਦਾ ਗੁਰੂ ਕਾ ਸਿੱਖ, ਕਹਿੰਦੇ ਨੇ ਇਉਂ ਨਾ ਆਖ, ਤੂੰ ਇਉਂ ਆਖ, ਅੱਜ ਵਾਹਿਗੁਰੂ ਜੀ ਨੇ ਤੁਹਾਨੂੰ ਬੜਾ ਚੇਤੇ ਕੀਤਾ ਹੈ, ਅੱਜ ਵਾਹਿਗੁਰੂ ਜੀ ਨੇ ਤੁਹਾਡੇ ਨਾਲ ਬੜਾ ਪਿਆਰ ਕੀਤਾ ਹੈ। ਕਹਿੰਦੇ ਨੇ ਤੂੰ ਉਦੋਂ ਚੇਤੇ ਕਰਦਾ ਜਦੋਂ ਤੈਨੂੰ ਉਹ ਚੇਤੇ ਕਰਦਾ ਹੈ। ਔਰ ਅੱਜ ਫਿਰ ਸਤਿਗੁਰਾਂ ਨੇ ਇੱਥੇ ਆਖਿਆ, ਜਿਸ ਨੂੰ ਕਰੇ ਰਹਿਮ ਤਿਸਨਾ ਵਿਸਾਰਦਾ, ਕਦੀ ਭੁਲਾਉਂਦਾ ਨਹੀਂ ਪਰਮੇਸ਼ਰ। ਆਪ ਉਪਾਵਨਹਾਰ ਆਪੇ ਹੀ ਮਾਰਦਾ, ਉਹ ਕੇਵਲ ਆਪ ਹੈ ਜੋ ਪੈਦਾ ਕਰਨ ਵਾਲਾ ਹੈ, ਉਹ ਆਪ ਹੈ ਜੋ ਸਾਰਿਆਂ ਦਾ ਲੇਖਾ ਕਰਨ ਵਾਲਾ ਹੈ। ਸਭ ਕਿਛ ਜਾਣ ਜਾਣ ਬੁੱਝ ਵਿਚਾਰਦਾ, ਉਹ ਸਾਰਿਆਂ ਦੇ ਬਾਬਤ ਜਾਣਦਾ ਹੈ, ਸਭ ਕੁਝ ਜਾਣਦਾ ਹੈ, ਸਭ ਕੁਝ ਸਮਝਦਾ ਹੈ। ਉਹ ਸ਼ਕਤੀ, ਉਹ ਪਰਮੇਸ਼ਰ, ਉਸ ਦੀ ਸ਼ਕਤੀ ਦੇ ਬਾਬਤ ਨਾਲ ਨਾਲ ਬੋਧ ਕਰਵਾਇਆ ਗਿਆ, ਜਿਸ ਦਾ ਸਿਮਰਨ ਕਰਨ ਲਈ ਪ੍ਰੇਰਣਾ ਕੀਤੀ ਗਈ ਜੀ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਉਹ ਛਿਣ ਦੇ ਵਿੱਚ ਆਪਣੀ ਸ਼ਕਤੀ ਵਰਤਾ ਕੇ ਅਨੇਕਾਂ ਰੂਪਾਂ ਦੇ ਵਿੱਚ ਖੇਲ ਕਰਦਾ ਹੈ, ਕੌਤਕ ਕਰ ਸਕਦਾ ਹੈ। ਜਿਸਨੋ ਲਾਏ ਸੱਚ ਤਿਸ ਹੈ ਉਧਾਰਦਾ, ਔਰ ਜਿਸ ਨੂੰ ਆਪਣੇ ਚਰਨਾਂ ਨਾਲ ਜੋੜਦਾ ਹੈ, ਜੋੜ ਲੈਂਦਾ ਹੈ, ਉਸ ਦਾ ਉਧਾਰ ਕਰ ਦਿੰਦਾ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਚੇਤਾ ਰੱਖਿਓ ਜੇ ਪਰਮੇਸ਼ਰ ਕਰਤਾਰ ਇੰਨਾ ਸਮਰੱਥ ਹੈ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ, ਹਾਂਜੀ ਫਿਰ ਭਲਾ ਲੱਖ ਬਾਹੇ ਕਿਆ ਕੀਜੈ, ਕੁਛ ਨਹੀਂ ਕੋਈ ਵਿਗਾੜ ਸਕਦਾ ਜੀ। ਸਦਾ ਅਭਾਗ ਦੀ ਬਾਨ ਹੈ, ਹਉ ਤਿਸ ਨਮਸਕਾਰ ਦਾ। ਸਤਿਗੁਰੂ ਮਹਾਰਾਜ ਸ਼ਬਦ ਸੰਪੂਰਨ ਕਰਦਿਆਂ ਹੋਇਆਂ ਕਹਿੰਦੇ ਨੇ, ਸਦਾ ਅਭਾਗ ਦੀ ਬਾਨ ਹੈ, ਉਸ ਦਾ ਦੀਵਾਨ, ਉਸ ਦਾ ਦਰਬਾਰ, ਉਸ ਦਾ ਨਿਆਉ, ਜਿਵੇਂ ਆਖਾਂ ਉਸ ਦਾ ਸਾਰਾ ਕੁਛ ਹੀ, ਉਸ ਦਾ ਪਿਆਰ ਅਪੱਗ ਹੈ, ਕਦੀ ਟੁੱਟਣ ਵਾਲਾ ਨਹੀਂ, ਕਦੀ ਖੰਡਨ ਹੋਣ ਵਾਲਾ ਨਹੀਂ। ਮੈਂ ਉਸ ਨੂੰ ਸਦਾ ਨਮਸਕਾਰ ਕਰਦਾ ਹਾਂ ਤੇ ਤੁਸੀਂ ਸਦਾ ਪਿਆਰਿਓ ਉਹਨੂੰ ਚੇਤੇ ਰੱਖਿਆ ਕਰੋ। ਨਿਤ ਜਪੀਐ ਸਾਸ ਗਿਰਾਸ, ਨਾਉ ਪਰਵਦ ਗਾਰਦਾ, ਤੇ ਮੰਗ ਕਰਦੇ ਰਿਹਾ ਕਰੋ, ਸਾਜਣ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ। ਲੜੀਵਾਰ ਜੋ ਵਿਚਾਰ ਕਰਨ ਦੇ ਬਾਬਤ ਆਪਾਂ ਨੇ ਵਿਚਾਰ ਕੀਤੀ ਸੀ, ਇਹ 44ਵਾਂ ਪਦ ਹੈ ਰਾਮਕਲੀ ਰਾਗ ਦੇ ਵਿੱਚ। ਓੰਕਾਰ ਨਾਮੀ ਪਵਿੱਤਰ ਬਾਣੀ ਜੋ ਰਾਮਕਲੀ ਦੱਖਣੀ ਰਾਗ ਦੇ ਵਿੱਚ ਆਖੀ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਉਸ ਦਾ 44ਵਾਂ ਜਿਹੜਾ ਪਦ ਹੈ, ਸਮੇਂ ਅਨੁਸਾਰ ਆਪਾਂ ਉਸ ਦੇ ਅਖਰੀ ਅਰਥ ਕਰੀਏ ਜੀ। ਰਾਣਾ ਰਾਓ ਨਾ ਕੋ ਰਹੈ, ਰੰਗ ਨ ਤੁੰਗ ਫਕੀਰ। ਸਦਾ ਚੇਤੇ ਰੱਖਿਓ ਜੇ ਸੰਸਾਰ ਵਿੱਚ ਜੋ ਵੀ ਆਇਆ ਹੈ ਉਸਨੇ ਜਾਣਾ ਹੈ, ਨਾ ਕੋਈ ਰਾਜਾ ਨਾ ਕੋਈ ਰੰਗ। ਰੰਗ ਆਖਾ ਹੈ ਰੰਕ, ਰੰਕ ਕਹਿੰਦੇ ਨੇ ਕੰਗਾਲ ਨੂੰ। ਗਰੀਬ ਦੇ ਪਾਸ ਹੁੰਦਾ ਹੈ ਔਖੇ ਸੌਖੇ ਰੋਟੀ ਖਾਣੀ, ਔਖੇ ਸੌਖੇ ਲਿਬਾਸ ਪ੍ਰਾਪਤ ਕਰਨਾ।
ਰੰਕ ਹੁੰਦਾ ਹੈ ਜਿਹੜਾ ਵਿਚਾਰਾ ਨੰਗ ਧੜੰਗਾ ਹੈ ਤੇ ਢਿੱਡੋਂ ਭੁੱਖਾ ਹੈ, ਨਾ ਜਿਸ ਦੇ ਕੋਲ ਪਹਿਨਣ ਲਈ ਹੈ, ਨਾ ਜਿਸ ਦੇ ਪਾਸ ਖਾਣ ਲਈ ਹੈ, ਨਾ ਜਿਸ ਦੇ ਸਿਰ ਤੇ ਛੱਤ ਹੈ, ਉਹਨੂੰ ਰੰਕ ਆਖਿਆ ਗਿਆ। ਤੁੰਗ ਆਖਿਆ ਗਿਆ ਉੱਚੀ ਅਵਸਥਾ ਵਾਲਾ, ਅਮੀਰੀ ਵਾਲਾ, ਫਕੀਰ, ਮੰਗਤਾ। ਪਾਤਸ਼ਾਹ ਜੀ ਨੇ ਸਾਰਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਆਖਿਆ ਜਿਤਨੇ ਵੀ ਇਸ ਸੰਸਾਰ ਵਿੱਚ ਆਉਂਦੇ ਨੇ, ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ। ਕੋਈ ਕਿਸੇ ਨੂੰ ਹੌਸਲਾ ਦੇਣ ਵਾਲਾ ਨਹੀਂ ਵੀ ਫਿਕਰ ਨਾ ਕਰ, ਫਿਕਰ ਨਾ ਕਰ। ਉਹ ਫਿਕਰ ਨਾ ਕਰਨ ਵਾਲੀ ਕਿਹੜੀ ਗੱਲ ਹੈ? ਅਸੀਂ ਐਵੇਂ ਗੱਲਾਂ ਬਣਾਈਆਂ, ਬੜਾ ਅਫਸੋਸ ਹੋਇਆ। ਪਾਤਸ਼ਾਹ ਕਹਿੰਦੇ ਨੇ ਅਫਸੋਸ ਤੂੰ ਬੈਠਾ ਰਹਿਣਾ, ਤੂੰ ਹੌਸਲਾ ਦੇਣਾ ਹੈ, ਤੂੰ ਬੈਠੇ ਰਹਿਣਾ है। कमर बांधे हुए यहाँ सब यार बैठे हैं, बहुत आगे गए, बाकी जो हैं तैयार बैठे हैं। टिकन वाला तो कोई भी नहीं। वारी आपो अपनी कोई ना बंद है धीर। ਰਾਹ ਬੁਰਾ ਪਿਹਾਵਲਾ ਸਰ ਡੂਗਰ ਅਸਗਾਹ। ਜੀ ਮਹਾਰਾਜ ਕਹਿੰਦੇ ਨੇ, ਚੇਤਾ ਕਰਾਉਂਦੇ ਨੇ, ਕਹਿੰਦੇ ਨੇ ਯਾਦ ਰੱਖਿਓ ਜੀ, ਜ਼ਿੰਦਗੀ ਦਾ ਰਸਤਾ ਸੌਖਾ ਨਹੀਂ ਹੈ। ਇਹ ਸਮੁੰਦਰਾਂ ਦੇ ਵਾਂਗੂ ਬਹੁਤ ਡੂੰਘਾ ਹੈ, ਪਹਾੜਾਂ ਦੇ ਵਾਂਗੂ ਬਹੁਤ ਉਚਾਈਆਂ ਵਾਲਾ ਹੈ ਅਤੇ ਬੇਅੰਤ ਹੈ, ਮੁਸ਼ਕਲਾਂ ਨਾਲ ਭਰਿਆ ਹੋਇਆ। ਮੈਂ ਤਨ ਆਵਗਨ ਝੁਰਮੁਈ ਵਿਨ ਗੁਣ ਕਿਉਂ ਘਰ ਜਾਹ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਯਾਦ ਕਰਿਓ ਜੇ ਆਪਣੇ ਅੰਦਰ ਝਾਤੀ ਪਾ ਕੇ ਕਿ ਅਸੀਂ ਇੰਨੀਆਂ ਗਹਿਰਾਈਆਂ ਨੂੰ ਲੰਘ ਸਕਦੇ ਹਾਂ, ਇੰਨੀਆਂ ਉਚਾਈਆਂ ਨੂੰ ਪਾਰ ਕਰ ਸਕਦੇ ਹਾਂ, ਇੰਨੀ ਭਿਆਨਕਤਾ ਪਿਹਾਵਲੇ ਨੂੰ ਅਸੀਂ ਲੰਘ ਸਕਦੇ ਹਾਂ। ਸਾਡੇ ਕੋਲ ਗੁਣ ਤਾਂ ਹੈਗੇ ਕੋਈ ਨਹੀਂ, ਕੀ ਕਰਾਂ ਮੈਂ ਜੀ। ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉਂ ਤਿਨ ਮਿਲੋ ਪਿਆਰ। ਵਾਹਿਗੁਰੂ ਜੀ ਦੇ ਨਾਲ ਸਾਂਝ ਰੱਖਣ ਵਾਲੇ, ਉਹਦੇ ਗੁਣਾਂ ਦੇ ਨਾਲ ਸਾਂਝ ਰੱਖਣ ਵਾਲੇ ਜਿਹੜੇ ਨੇ, ਉਹ ਗੁਣਾਂ ਦੇ ਕਰਕੇ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਨੇ। ਮੈਨੂੰ ਤਾਂ ਇਹ ਤਰਸੇਵਾ ਹੈ ਕਿ ਇਹਨਾਂ ਮਿਲਿਆਂ ਹੋਇਆਂ ਨੂੰ ਮੈਂ ਕਿਵੇਂ ਮਿਲ ਸਕਦਾ ਹਾਂ, ਮੇਰੀ ਕਿਵੇਂ ਸਾਂਝ ਬਣੇ। ਤਿਨ ਹੀ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ। ਤਾਂ ਕਿ ਮੈਂ ਕਰਤਾਰ ਨੂੰ ਚੇਤੇ ਕਰਕੇ ਉਹਨਾਂ ਗੁਣੀਆਂ ਦੇ ਨਾਲ ਰਲ ਕੇ ਮੈਂ ਵੀ ਉਹਨਾਂ ਵਰਗੀ ਹੋ ਜਾਵਾਂ। ਅਵਗੁਣੀ ਭਰਪੂਰ ਹੈ ਗੁਣ ਪੀ ਵਸ ਹੈ ਨਾਲ। ਸਤਿਗੁਰੂ ਜੀ ਕਹਿੰਦੇ ਨੇ, ਇਸ ਸਰੀਰ ਦੇ ਵਿੱਚ ਲੱਭ ਲੋਭ ਸਾਰਾ ਕੁਝ ਹੈਗਾ ਹੈ, ਲੇਕਿਨ ਨਾ ਅੰਮ੍ਰਿਤ ਵੀ ਇਸ ਦੇ ਸਾਡੀ ਦੇਹੀ ਵਿੱਚ ਕਰਤਾਰ ਨੇ ਪਾਇਆ ਹੋਇਆ ਹੈ। ਔਗੁਣਾਂ ਨਾਲ ਵੀ ਅਸੀਂ ਭਰਪੂਰ ਹਾਂ, ਲੇਕਿਨ ਸਾਡੇ ਅੰਦਰ ਗੁਣ ਵੀ ਹਨ। ਵਿਨ ਸਤਿਗੁਰ ਗੁਣ ਨਾ ਜਾਪਨੀ ਜਿਚਰ ਸ਼ਬਦ ਨ ਕਰੇ ਵਿਚਾਰ। ਉਹਦੇ ਅੰਦਰ ਲੱਭ ਲੋਭ ਕਾਮ ਕ੍ਰੋਧ ਮੋਹ ਹੰਕਾਰ ਵੀ ਹਨ, ਲੇਕਿਨ ਨਾਮ ਅੰਮ੍ਰਿਤ ਵੀ ਹੈਗਾ ਹੈ। ਸੋਝੀ ਕੌਣ ਦਿੰਦਾ ਹੈ? ਸਤਿਗੁਰੂ ਇਸ ਵਿਚਾਰ ਨੂੰ ਜਾਰੀ ਰੱਖਦੇ ਨੇ, ਕਹਿੰਦੇ ਨੇ ਬਿਨ ਸਤਿਗੁਰ ਗੁਣ ਨਾ ਜਾਪਨੇ। ਜਦ ਤੱਕ ਅਸੀਂ ਗੁਰੂ ਸਾਹਿਬ ਜੀ ਦੇ ਕੋਲੇ ਆ ਕੇ ਨਹੀਂ ਬੈਠਦੇ, ਹਾਂਜੀ, ਹਰ ਜਿਚਰ, ਫਿਰ ਕੀ ਆਖਿਆ? ਸ਼ਬਦ ਨਾ ਕਰੇ ਵਿਚਾਰ, ਸ਼ਬਦ ਨਾ ਕਰੇ ਵਿਚਾਰ, ਸ਼ਬਦ ਨਾ ਕਰੇ ਵਿਚਾਰ, ਸ਼ਬਦ ਨ ਕਰੇ ਵਿਚਾਰ। ਵਿਣ ਸਤਿਗੁਰ ਗੁਣ ਨਾ ਜਾਪਣੀ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨਾਨਕ ਸਾਹਿਬ ਦਾ ਫੈਸਲਾ ਸ਼ਬਦ ਵਿਚਾਰ ਹੀ ਹੈ। ਇਹ ਭੱਟ ਜਿਹੜੇ ਸਨ ਸਾਰੇ ਸਤਿਗੁਰਾਂ ਦੇ ਵਿੱਚ ਆ ਕੇ ਅਭੇਦ ਹੋ ਗਏ, ਗੁਰੂ ਕੇ ਮਹਾਨ ਸਿੱਖ ਹੋ ਗਏ, ਗੁਰੂ ਕੇ ਪਿਆਰ ਦੇ ਪਾਤਰ ਬਣੇ, ਸਾਡੇ ਸਤਿਕਾਰ ਦੇ ਪਾਤਰ ਬਣੇ। ਤੇ ਸਤਿਗੁਰੂ ਜਿਵੇਂ ਆਖਿਆ ਨਾ, ਪਤ ਤੇ ਅਸੰਖ ਪੁਨੀਤ ਹੋਏ, ਹਾਂਜੀ, ਹਰ ਚਰਨੀ ਮਨ ਲਾਗ। ਜਿੰਨੇ ਵੀ ਪਤਿਤ ਨੇ, ਗਿਰੇ ਤੋਂ ਗਿਰੇ ਵੀ ਅਸੀਂ ਆਖ ਲਈਏ, ਉਹ ਕੇਵਲ ਸਾਫ਼ ਹੀ ਨਹੀਂ ਹੁੰਦੇ, ਨਿਰਮਲ ਹੀ ਨਹੀਂ ਹੁੰਦੇ, ਉਹ ਪਵਿੱਤਰ ਹੋ ਜਾਂਦੇ ਨੇ, ਸਤਿਕਾਰਯੋਗ ਹੋ ਜਾਂਦੇ ਨੇ। ਮੈਂ ਸਮਾਪਤੀ ਕਰਦਾ ਹੋਇਆ ਨਿਮਰਤਾ ਸਹਿਤ ਭਾਵਨਾ ਪ੍ਰਗਟ ਕਰਦਾ, ਕਰਤਾਰ ਕਿਰਪਾ ਕਰੇ ਅਸੀਂ ਸਾਰੇ ਹੀ ਨਿਮਰਤਾ ਸਹਿਤ ਵਿਚਾਰੀਏ। ਅਸੀਂ ਮਾੜੇ ਹਾਂ, ਔਗਣੀ ਭਰਪੂਰ ਹਾਂ, ਸਾਡੇ ਵਿੱਚ ਗੁਣ ਨਹੀਂ ਹਨ, ਲੇਕਿਨ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਸਾਡਾ ਜੀਵਨ ਨਿਰਮਲ ਹੋ ਜਾਏ। ਅੰਤਮ ਪੰਕਤੀਆਂ ਫਿਰ ਸਰਵਣ ਕਰੀਏ ਤੇ ਸਮਾਪਤੀ ਹੈ ਜੀ। ਅਵਗੁਣੀ ਭਰਪੂਰ ਹੈ ਗੁਣ ਪੀ ਵਸ ਹੈ ਨਾਲ। ਵਿਨ ਸਤਿਗੁਰ ਗੁਣ ਨਾ ਜਾਪਨੀ ਜਿਚਰ ਸ਼ਬਦ ਨ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।